ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡਾ ਉਮੀਦਵਾਰ ਸੀਰੀਜ਼ ਦੇ ਆਖਰੀ ਐਪੀਸੋਡ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। ਅੱਜ ਅਸੀਂ ਗੱਲ ਕਰਾਂਗੇ ਵੈਨਕੂਵਰ ਸਾਊਥ ਰਾਈਡਿੰਗ ਦੀ। ਇਹ ਰਾਈਡਿੰਗ 1993 ਤੋਂ ਲੈ ਕੇ 2011 ਤੱਕ ਲਿਬਰਲਸ ਦੇ ਖਾਤੇ ਦੇ ਵਿੱਚ ਰਹੀ ਤੇ ਫਿਰ 2015 ਤੋਂ ਹੁਣ ਤੱਕ ਇਸ ਰਾਈਡਿੰਗ ਨੂੰ ਲਿਬਰਲਸ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਰਿਪਰੈਜ਼ੈਂਟ ਕਰਦੇ ਆ ਰਹੇ ਹਨ। ਵੈਨਕੂਵਰ ਸਾਊਥ ਦੀ ਰਾਈਡਿੰਗ ਫੈਡਰਲ ਚੋਣਾਂ 2021 ਦੇ ਵਿੱਚ ਅਹਿਮ ਰਾਈਡਿੰਗ ਮੰਨੀ ਜਾ ਰਹੀ ਹੈ ਤੇ ਇਸੇ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਵੈਨਕੂਵਰ ਸਾਊਥ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਖਬੀਰ ਸਿੰਘ ਗਿੱਲ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸੁਖਬੀਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ PDC ਪੰਜਾਬੀ ਤੇ। ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਸੰਗ ਵਾਲਿਆਂ ਨੂੰ ਜੀ। जी सुखबीर जी, फैडरल इलैक्शनस ਨੂੰ ਸਿਰਫ ਇੱਕ ਦਿਨ ਦਾ ਸਮਾਂ ਰਹਿ ਗਿਆ ਹੈ ਐਂਡ ਪਾਰਟੀ ਲੀਡਰਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਖਰੀ ਦਿਨ ਦੇ ਵਿੱਚ ਵੀ ਵੋਟਰਸ ਦਾ ਸਹਿਯੋਗ ਜਿਹੜਾ ਹੈ ਹਾਸਲ ਕਰ ਸਕਣ। ਸੋ ਜੇ ਅਸੀਂ ਵੈਨਕੂਵਰ ਸਾਊਥ ਦੀ ਰਾਈਡਿੰਗ ਦੀ ਗੱਲ ਕਰੀਏ ਤਾਂ ਇੱਕ ਅਜਿਹੀ ਰਾਈਡਿੰਗ ਹੈ ਜਿਹੜੀ ਕਈ ਵਾਰੀ ਕੰਜ਼ਰਵੇਟਿਵਸ ਦੇ ਕੋਲ ਆਈ ਹੈ ਤੇ ਕਈ ਵਾਰੀ ਲਿਬਰਲਸ ਦੇ ਕੋਲ ਆਈ ਹੈ। 1993 ਤੋਂ ਲੈ ਕੇ ਹੁਣ ਤੱਕ ਇਹ ਰਾਈਡਿੰਗ ਲਿਬਰਲਸ ਦੇ ਕੋਲ ਰਹੀ, ਪਰ ਸਿਰਫ ਇੱਕ ਵਾਰੀ 2011 ਤੋਂ 2015 ਤੱਕ ਇਹ ਰਾਈਡਿੰਗ ਕੰਜ਼ਰਵੇਟਿਵਸ ਦੇ ਕੋਲ ਸੀਗੀ। ਹੁਣ ਜੇ ਅਸੀਂ ਗੱਲ ਕਰੀਏ ਵੈਨਕੂਵਰ ਸਾਊਥ ਦੀ ਤੇ ਇਸ ਰਾਈਡਿੰਗ ਦੇ ਉੱਤੇ ਪਿਛਲੇ 6 ਸਾਲਾਂ ਤੋਂ ਜਿਹੜੇ ਲਿਬਰਲ ਕੈਂਡੀਡੇਟ ਹਨ ਹਰਜੀਤ ਸੱਜਣ, ਉਹ ਇਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਉਹਨਾਂ ਦੇ ਕੋਲ ਡਿਫੈਂਸ ਮਿਨਿਸਟਰੀ ਦਾ ਅਹੁਦਾ ਵੀ ਹੈਗਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਵੱਡਾ ਚੈਲੰਜ ਹੈਗਾ ਤੁਹਾਡੇ ਲਈ ਇਸ ਰਾਈਡਿੰਗ ਨੂੰ ਕੰਜ਼ਰਵੇਟਿਵਸ ਨੂੰ ਦੇਣਾ? ਬਹੁਤ ਵਧੀਆ ਸਵਾਲ ਕੀਤਾ ਜੀ ਤੁਸੀਂ। ਅਸੀਂ ਕਿਉਂਕਿ ਭਾਵੇਂ ਸਮਾਂ ਥੋੜਾ ਮਿਲਿਆ ਪਰ ਅਸੀਂ ਹਰ ਇੱਕ ਡੋਰ ਦੇ ਉੱਤੇ ਗਏ ਹਾਂ। ਡੋਰ ਟੂ ਡੋਰ ਅਸੀਂ ਨੌਕ ਕੀਤੀ ਔਰ ਲੋਕਾਂ ਦਾ ਬਹੁਤ ਭਰਵਾਂ ਹੁੰਗਾਰਾ। ਸੋ ਮੈਨੂੰ ਲੱਗਦਾ ਇਸ ਵਾਰ ਲੋਕਾਂ ਨੇ ਮਨ ਬਣਾ ਲਿਆ, ਕਿਉਂਕਿ ਪਿਛਲੇ 6 ਸਾਲਾਂ ਤੋਂ ਜਿਹੜੀ ਟਰੂਡੋ ਸਾਹਿਬ ਦੀ ਲਿਬਰਲ ਗਵਰਨਮੈਂਟ ਆ ਉਹਨੇ ਸਵਾਏ ਵਾਅਦਿਆਂ ਤੋਂ ਕੁਛ ਹੋਰ ਨਹੀਂ ਕੀਤਾ ਤੇ ਲੋਕ ਬਹੁਤ ਦੁਖੀ ਆ। ਸਭ ਤੋਂ ਵੱਧ ਲੋਕਾਂ ਨੂੰ ਇਸ ਚੀਜ਼ ਦਾ ਦੁੱਖ ਆ ਵੀ ਜਦੋਂ ਪੈਂਡੈਮਿਕ ਸੀ ਹਲੇ ਲੋਕਾਂ ਨੇ ਇੱਕ ਦੂਜੇ ਦੇ ਘਰ ਆਉਣਾ ਜਾਣਾ ਸ਼ੁਰੂ ਕੀਤਾ ਸੀ। ਸਾਨੂੰ ਕਿਹੜੀ ਮਗਰ ਸਾਡੇ ਕੋਲ ਪਿਆ ਸੀ ਵੀ ਅਸੀਂ $610 ਮਿਲੀਅਨ ਹੋਰ ਲਾ ਕੇ ਲੋਕਾਂ ਨੂੰ ਇਹੋ ਜਿਹੇ ਪੈਂਡੈਮਿਕ ਦੇ ਵਿੱਚ ਜਿਹੜਾ ਵੋਟਾਂ ਦੇ ਵਾਸਤੇ ਭੇਜੀਏ। ਸੋ ਐਜ਼ ਏ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਜਿਹੜੇ ਸੱਜਣ ਨੇ, ਉਹ ਤੁਹਾਨੂੰ ਪਿਛਲੇ ਪਤਾ ਵੀ ਮਿਲਟਰੀ ਦੇ ਵਿੱਚ ਪਿਛਲੇ ਸਮੇਂ ਤੋਂ ਜੋ ਕੁਛ ਵੀ ਆ ਉਹ ਵੀ ਲੋਕ ਬਹੁਤੇ ਉਹਨਾਂ ਤੋਂ ਖੁਸ਼ ਨਹੀਂ। ਸੋ ਮੈਨੂੰ ਪੂਰੀ ਉਮੀਦ ਹੈ ਔਰ ਵਾਹਿਗੁਰੂ ਜੀ ਦੀ ਕਿਰਪਾ ਹੋਈ ਤਾਂ ਅਸੀਂ ਇਹ ਸੀਟ ਐਤਕੀ ਕੰਜ਼ਰਵੇਟਿਵ ਨੂੰ ਲੈ ਕੇ ਦੇਵਾਂਗੇ ਜੀ। ਜੀ, ਸੋ ਆਖਰੀ ਦਿਨ ਦੇ ਵਿੱਚ ਤੁਹਾਡੇ ਵੱਲੋਂ ਕਿਹੜੀ ਸਟ੍ਰੈਟਜੀ ਅਪਣਾਈ ਜਾ ਰਹੀ ਹੈ ਕਿ ਤੁਸੀਂ ਵੋਟਰਸ ਨੂੰ ਆਪਣੀ ਪਾਰਟੀ ਦੇ ਵੱਲ ਖਿੱਚ ਸਕੋ ਔਰ ਕਿਹੜੇ ਮੁੱਦੇ ਲੋਕੀ ਤੁਹਾਡੇ ਕੋਲ ਚੁੱਕ ਰਹੇ ਹਨ ਡੋਰ ਨੌਕਿੰਗ ਦੇ ਵੇਲੇ ਤੇ? ਦੇਖੋ ਜੀ, ਮੁੱਦੇ ਤਾਂ ਬਹੁਤ ਨੇ ਜਿਹੜੇ ਮੈਂ ਇਸ ਰਾਈਡਿੰਗ ਦੇ ਵਿੱਚ ਪਿਛਲੇ 30 ਸਾਲ ਤੋਂ ਰਹਿ ਰਿਹਾ ਤਾਂ ਮੈਨੂੰ ਇੱਥੇ ਸਾਊਥ ਵੈਨਕੂਵਰ ਦੇ ਮੁਸ਼ਕਲਾਂ ਦਾ ਪਤਾ ਵਾ। ਸਭ ਤੋਂ ਵੱਡਾ ਇਸ਼ੂ ਤਾਂ ਇੱਥੇ ਸੇਫਟੀ ਦਾ। ਫਿਰ ਦੂਜਾ ਹੈਗਾ ਜਿਹੜੀ ਹਾਊਸ ਅਫੋਰਡੇਬਿਲਟੀ ਹੈ, ਕਿਉਂਕਿ ਅੱਜ ਕੱਲ੍ਹ ਘਰਾਂ ਦੀ ਕੀਮਤ ਜਿਹੜੀ ਇੰਨੀ ਵੱਧ ਚੁੱਕੀ ਆ, ਉਹਦੇ ਨਾਲ ਜਿਹੜੇ ਫਸਟ ਟਾਈਮ ਬਾਇਰ ਆ ਉਹਨਾਂ ਦੇ ਵਾਸਤੇ ਕਿੰਨੇ ਸਟ੍ਰੈਸ ਟੈਸਟ ਜੇ ਟੈਸਟ, ਕਿਉਂਕਿ ਮੈਂ ਆਪ ਰੀਅਲ ਸਟੇਟ ਦੇ ਬਿਜ਼ਨਸ ਦੇ ਵਿੱਚ ਆ ਪਿਛਲੇ ਲੰਬੇ ਸਮੇਂ ਤੋਂ। ਮੈਨੂੰ ਪਤਾ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਸਭ ਤੋਂ ਵੱਡੀ ਜਿਹੜੀ ਅਫੋਰਡੇਬਿਲਟੀ ਆ, ਘਰਾਂ ਦੇ ਵਾਸਤੇ ਅਫੋਰਡੇਬਿਲਟੀ ਆ, ਇਹ ਸਭ ਤੋਂ ਵੱਡਾ ਇਸ਼ੂ ਆ। ਉਹਦੇ ਨਾਲ ਮੈਂਟਲ ਹੈਲਥ ਦਾ ਇਸ਼ੂ ਆ। ਉਹਦੇ ਨਾਲ ਜਿਹੜੇ ਗਨ ਜਿਹੜੀ ਆ ਆਪਣੇ ਗੈਂਗ ਵਾਰ ਆ ਉਹਦਾ ਇਸ਼ੂ ਆ। ਕਿਉਂਕਿ ਜੇ ਤੁਸੀਂ ਦੇਖੋ ਨਾ ਪਿਛਲੇ, ਮੈਂ ਤਾਂ ਹੈਰਾਨ ਆ ਕਿਉਂਕਿ ਅਸੀਂ ਡੋਰ ਟੂ ਡੋਰ ਗਏ, ਲੋਕਾਂ ਨੇ ਡਬਲ ਡੋਰ ਦੋ ਡੋਰਾਂ ਲਵਾਈਆਂ ਹੋਈਆਂ। ਮੈਂ ਉਹਨਾਂ ਨੂੰ ਪੁੱਛਣਾ ਵੀ ਕੀ ਕਰਨਾ, ਕਿਉਂਕਿ ਉਹ ਸੇਫ ਨਹੀਂ ਆਪਣੇ ਆਪ ਨੂੰ ਫੀਲ ਕਰ ਰਹੇ। ਸੋ ਸਭ ਤੋਂ ਵੱਡਾ ਇਸ਼ੂ ਆ। ਉਸ ਤੋਂ ਵੀ ਵੱਡਾ ਇਸ਼ੂ ਆ ਜਿਹੜਾ ਵੀ ਸਾਨੂੰ ਕਿਹੜੀ ਲੋੜ ਪਈ ਸੀ ਵੀ ਅਸੀਂ $610 ਮਿਲੀਅਨ ਜਦ ਕਿ ਲੋਕਾਂ ਨੂੰ ਚਾਹੀਦਾ ਸੀ, ਸਰਕਾਰ ਨੂੰ ਚਾਹੀਦਾ ਸੀ ਲੋਕਾਂ ਦੀ ਮਦਦ ਕਰਦੀ, ਸਮਾਲ ਬਿਜ਼ਨਸ ਨੂੰ ਪੈਸੇ ਦਿੰਦੀ ਤਾਂ ਕਿ ਸਾਡੀ ਇਕਨੋਮੀ ਸਟਰੋਂਗ ਹੁੰਦੀ, ਸਾਡੇ ਜਿਹੜਾ ਦੇਸ਼ ਆ ਉਹ ਬੈਕ ਆਉਂਦਾ, ਔਨ ਟਰੈਕ ਤੇ ਆਉਂਦਾ। ਪਰ ਬਜਾਏ ਉਹਦੇ ਅਸੀਂ $610 ਮਿਲੀਅਨ ਅਨਨੈਸੈਸਰੀ ਬਿਨਾਂ ਕਿਸੇ ਗੱਲ ਤੋਂ, ਜਦੋਂ ਕੋਈ ਵਧੀਆ ਸਰਕਾਰ ਚੱਲ ਰਹੀ ਸੀ, $610 ਮਿਲੀਅਨ ਦਾ ਅਸੀਂ ਲੋਕਾਂ ਦੇ ਉੱਤੇ ਭਾਰ ਪਾਤਾ। ਔਰ ਇਹੋ ਜਿਹੇ ਖਤਰਨਾਕ ਸਮੇਂ 'ਚ ਬਹੁਤ ਲੋਕ ਉਹਨਾਂ ਤੋਂ ਗੁੱਸੇ। ਜੀ, ਤੁਸੀਂ ਕ੍ਰਾਈਮ ਦੀ ਗੱਲ ਕੀਤੀ ਹੈਗੀ ਹੈ ਆਪਣੀ ਰਾਈਡਿੰਗ ਦੇ ਵਿੱਚ ਖਾਸ ਕਰਕੇ, ਪਰ ਜੇ ਅਸੀਂ ਗਨ ਕੰਟਰੋਲ ਦੀ ਪਾਲਿਸੀ ਦੀ ਗੱਲ ਕਰੀਏ ਤੇ ਜਿਹੜੇ ਕੰਜ਼ਰਵੇਟਿਵ ਲੀਡਰ ਹੈਗੇ ਨੇ ਐਰੀਨ ਓਟੋਲ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਉਹ C-71 ਨੂੰ ਰਿਪੀਲ ਕਰ ਦੇਣਗੇ। ਐਂਡ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਆਰਡਰ ਇਨ ਕਾਉਂਸਲ ਜਿਹੜਾ ਲਿਬਰਲਸ ਵੱਲੋਂ ਲਿਆਇਆ ਗਿਆ ਸੀ ਉਹ ਇੱਕ ਅਨਡੈਮੋਕ੍ਰੈਟਿਕ ਹੈਗਾ ਐਂਡ ਉਹ ਇਸ ਨੂੰ ਰਿਵਰਸ ਕਰਨਗੇ ਤੇ ਨਾਲ ਹੀ ਉਹ ਫਿਰ ਤੋਂ ਜਾਂਚ ਕਰਨਗੇ ਇਹ ਪਤਾ ਕਰਾਉਣ ਲਈ ਕਿ ਕਿਹੜੀ ਰਾਈਫਲਸ ਜਿਹੜੀਆਂ ਨੇ, ਕਿਹੜੀਆਂ ਗਨਸ ਜਿਹੜੀਆਂ ਨੇ ਉਹ ਬੈਨ ਹੋਣੀਆਂ ਚਾਹੀਦੀਆਂ ਤੇ ਕਿਹੜੀਆਂ ਨਹੀਂ। ਦੇਖੋ ਮੇਰੀ ਗੱਲ ਸੁਣੋ, ਅਸੀਂ ਗਨ ਬੈਨ ਕਰ ਦਈਏ ਉਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਇਹ ਹੈਗੀ ਜਿਹੜੀ ਇੱਥੇ ਜਿਹੜੀ ਸਮਗਲਿੰਗ ਆ ਗੰਨਾਂ ਦੀ।
ਜਿਹੜੀ ਸਮਗਲਿੰਗ ਹੋ ਰਹੀ ਹੈ ਉਹਨੂੰ ਰੋਕਣਾ ਸਭ ਤੋਂ ਵੱਡਾ ਕੰਮ ਹੈ। ਅਗਰ ਅਸੀਂ ਗਨ ਸਮਗਲਿੰਗ ਰੋਕ ਜਾਂਦੇ ਹਾਂ, ਮੇਰੇ ਹਿਸਾਬ ਦੇ ਨਾਲ ਅਸੀਂ ਬਹੁਤ ਹੱਦ ਤੱਕ ਜਿਹੜੀ ਗੈਂਗਵਾਰ ਆ ਉਹਦੇ ਕਾਬੂ ਪਾ ਲਾਂਗੇ, ਕਿਉਂਕਿ ਬਹੁਤ ਜ਼ਿਆਦਾ ਗਨ ਸਮਗਲਿੰਗ ਹੋ ਰਹੀ ਆ। ਸਭ ਤੋਂ ਵੱਡੀ ਪ੍ਰੋਬਲਮ ਆ, ਸਾਨੂੰ ਹੋਰ ਅਫਸਰ ਹਾਇਰ ਕਰਨੇ ਚਾਹੀਦੇ ਆ, ਸਾਨੂੰ ਹੋਰ ਜਿਹੜੇ ਲੋਕਾਂ ਨੂੰ ਸੇਫਟੀ ਦੇ ਵਾਸਤੇ ਇਹੋ ਜਿਹੀ ਫੋਰਸ ਭਰਤੀ ਕਰਨੀ ਚਾਹੀਦੀ ਜਾਂ ਜਿਹੜੀ ਲੋਕ ਸੇਫ ਫੀਲ ਕਰਨ। ਜਿਹੜੀ ਸਮਗਲਿੰਗ ਹੋ ਰਹੀ ਆ ਉਹਨੂੰ, ਗਨ ਸਮਗਲਿੰਗ ਨੂੰ ਸਾਨੂੰ ਰੋਕਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ। ਅਗਰ ਅਸੀਂ ਗਨ ਸਮਗਲਿੰਗ ਰੋਕ ਜਾਂਦੇ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਗੈਂਗਵਾਰ ਦੇ ਉੱਤੇ ਜਿਹੜਾ ਵਾ ਕਾਬੂ ਕਰ ਲਾਂਗੇ। ਪਿੱਛੇ ਜੇ ਤੁਸੀਂ ਦੇਖੋ ਥੋੜੇ ਦਿਨ ਹੀ ਹੋਏ ਨੇ ਇੱਥੇ ਸਾਊਥ ਵੈਨਕੂਵਰ ਦੇ ਵਿੱਚ ਗੋਲੀਬਾਰੀ ਹੋਈ ਆ, ਜਿਹੜੀ ਬਹੁਤ ਮੰਦਭਾਗੀ ਹੈ, ਔਰ ਸਾਡੇ ਬਹੁਤ ਨੌਜਵਾਨ ਇਹਦੇ ਵਿੱਚ ਜਿਹੜੇ ਸ਼ਿਕਾਰ ਹੋ ਰਹੇ ਨੇ। ਤਾਂ ਸਾਨੂੰ ਚਾਹੀਦਾ ਗੈਂਗਵਾਰ ਨੂੰ ਖਤਮ ਕਰਨ ਲਈ ਤੇ ਗਨ ਦੀ ਜਿਹੜੀ ਸਮਗਲਿੰਗ ਉਹ ਰੋਕਣੀ ਚਾਹੀਦੀ। ਉਹਦੇ ਨਾਲ ਨਾਲ ਸਾਨੂੰ ਨੌਜਵਾਨਾਂ ਨੂੰ ਇਹੋ ਜਿਹੇ ਮੌਕੇ ਦੇਣੇ ਚਾਹੀਦੇ ਕਿ ਆਪਣੇ ਆਪ ਨੂੰ ਉਸ ਪਾਸੇ ਤੋਂ ਹਟਾ ਕੇ ਬਿਜ਼ਨਸਮੈਨ ਬਣ, ਆਪਣਾ ਬਿਜ਼ਨਸ ਸ਼ੁਰੂ ਕਰਨ, ਆਪਣੇ ਆਪ ਨੂੰ ਬਿਜ਼ੀ ਕਰਨ। ਇਹੋ ਜਿਹੇ ਸਪੋਰਟਸ ਸੈਂਟਰ ਬਣਨੇ ਚਾਹੀਦੇ ਜਿੱਥੇ ਜਾ ਕੇ ਨੌਜਵਾਨ ਆਪਣੇ ਆਪ ਨੂੰ ਸਪੋਰਟਸ ਦੇ ਲਈ ਤਿਆਰ ਕਰਨ। ਉਹਨਾਂ ਦੀ ਜਿਹੜਾ ਧਿਆਨ ਆ, ਟੈਨਸ਼ਨ ਆ, ਸਾਨੂੰ ਦੂਜੇ ਪਾਸੇ ਹਟਾ ਕੇ ਚੰਗੇ ਪਾਸੇ ਲਾਉਣੀ ਪਊਗੀ, ਫਿਰ ਹੀ ਅਸੀਂ ਇਸ ਗੈਂਗਵਾਰ ਤੋਂ ਛੁਟਕਾਰਾ ਪਾ ਸਕਦੇ। ਜੀ, ਸੋ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਰੂਟ ਕਾਜ਼ ਉਤੇ ਕੰਮ ਕਰਨ ਦੀ ਲੋੜ ਹੈਗੀ ਹੈ। ਸੋ ਕੰਜ਼ਰਵੇਟਿਵ ਪਾਰਟੀ ਵੱਲੋਂ ਕਿਸ ਤਰ੍ਹਾਂ ਇਸ ਉਤੇ ਕੰਮ ਕੀਤਾ ਜਾਏਗਾ? ਕਿਉਂਕਿ ਜੇ ਅਸੀਂ ਫੰਡਿੰਗ ਦੀ ਗੱਲ ਕਰੀਏ ਤੇ ਫੰਡਿੰਗ ਤੇ ਲਿਬਰਲਸ ਵੱਲੋਂ ਵੀ ਐਲਾਨੀ ਗਈ ਹੈ ਯੂਥ ਨੂੰ ਕਿਸੇ ਪ੍ਰੋਜੈਕਟਸ ਦੇ ਵਿੱਚ ਜਾਂ ਕਿਸੇ ਵੀ ਕੰਮ ਦੇ ਵਿੱਚ ਇਨਵੋਲਵ ਕਰਨ ਲਈ। ਦੇਖੋ ਜੀ, ਕੰਜ਼ਰਵੇਟਿਵ ਦਾ ਜਿਹੜਾ ਰੈਕਡ ਰਿਹਾ, ਤੁਸੀਂ ਸਟੀਵਨ ਹਾਰਪਰ ਵੇਲੇ ਦੇਖ ਲਓ, ਅਸੀਂ ਜਿੰਨੇ ਵੀ ਜਿਹੜੇ ਨੌਜਵਾਨ ਉਹਨਾਂ ਨੂੰ ਉਤਸ਼ਾਹਿਤ ਕਰਦੇ ਹਾਂ ਆਪਣਾ ਬਿਜ਼ਨਸ ਸ਼ੁਰੂ ਕਰਨ, ਆਪਣੇ ਆਪ ਨੂੰ ਜਿੱਥੇ ਆਪਦਾ ਬਿਜ਼ਨਸ ਸ਼ੁਰੂ ਕਰਨਗੇ ਆਪ ਵੀ ਕੰਮ ਕਰਨਗੇ, ਨਾਲ ਹੋਰ ਲੋਕਾਂ ਨੂੰ ਵੀ ਕੰਮ ਦੇਣਗੇ। ਅਸੀਂ ਸਮਾਲ ਬਿਜ਼ਨਸ ਦੀ ਵੀ ਹੈਲਪ ਕਰਾਂਗੇ ਔਰ ਯੂਥ ਦੇ ਵਾਸਤੇ ਚੰਗੇ ਚੰਗੇ ਪ੍ਰੋਗਰਾਮ ਜਿਹੜੇ ਮੈਂ ਤਾਂ ਆਪ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਫੁੱਟਬਾਲ ਜਿਹਨੂੰ ਇੱਥੇ ਸੌਕਰ ਕਹਿੰਦੇ ਆ ਉਹਦੇ ਵਿੱਚ ਰਿਹਾ, ਤਾਂ ਸਾਨੂੰ ਸ਼ੌਂਕ ਵੀ ਆ। ਤੇ ਅਗਰ ਸਾਊਥ ਵੈਨਕੂਵਰ ਦੇ ਵੋਟਰ ਲੋਕ ਸਾਨੂੰ ਪਿਆਰ ਦਿੰਦੇ ਨੇ, ਸਤਿਕਾਰ ਦਿੰਦੇ ਨੇ, ਤਾਂ ਮੇਰੀ ਤਾਂ ਇਹ ਟਰਾਈ ਹੋਊਗੀ ਅਸੀਂ ਵੱਧ ਤੋਂ ਵੱਧ ਯੂਥ ਨੂੰ ਵੱਧ ਤੋਂ ਵੱਧ ਜਿਹੜੀ ਆਪਣੀਆਂ ਸਪੋਰਟਸ ਦੀ ਐਕਟੀਵਿਟੀ ਤੇ ਇਨਵੋਲਵ ਕਰੀਏ, ਵੱਧ ਤੋਂ ਵੱਧ ਬਿਜ਼ਨਸ ਲਿਆਈਏ, ਤਾਂ ਕਿ ਜਦੋਂ ਅਸੀਂ ਉਹਨਾਂ ਨੂੰ ਬਿਜ਼ੀ ਕਰ ਦਾਂਗੇ ਇਸ ਪਾਸੇ ਤਾਂ ਉਹਨਾਂ ਦਾ ਨਾਰਮਲੀ ਧਿਆਨ ਦੂਜੇ ਪਾਸੇ ਨਹੀਂ ਜਾਊਗਾ ਤੇ ਚੰਗੇ ਬਿਜ਼ਨਸਮੈਨ ਬਣਨਗੇ, ਚੰਗੇ ਸਪੋਰਟਸਮੈਨ ਬਣਨਗੇ। ਸੋ ਮੇਰੇ ਹਿਸਾਬ ਨਾਲ ਅਸੀਂ ਬਹੁਤ ਹੱਦ ਤੱਕ ਇਹਦੇ ਤੇ ਕਾਮਯਾਬ ਹੋਵਾਂਗੇ। ਉਹਦੇ ਵਾਸਤੇ ਅਗਰ ਗੌਰਮੈਂਟ ਦੇ ਨਾਲ ਸਾਡੀ ਗੌਰਮੈਂਟ ਆਉਂਦੀ ਆ, ਸਾਨੂੰ ਲੋਕ ਚਾਂਸ ਦਿੰਦੇ ਨੇ, ਤਾਂ ਮੇਰੀ ਟਰਾਈ ਹੋਊਗੀ ਕਿ ਅਸੀਂ ਵੱਧ ਤੋਂ ਵੱਧ ਉਸ ਨੂੰ ਹੋਰ ਜ਼ਿਆਦਾ ਉਹਨਾਂ ਦੇ ਵਾਸਤੇ ਕੰਮ ਕਰੀਏ। ਜੀ ਸੁਖਬੀਰ ਜੀ, ਜਿਸ ਤਰ੍ਹਾਂ ਤੁਸੀਂ ਕੁਝ ਇਸ਼ੂਜ਼ ਦੀ ਗੱਲ ਕੀਤੀ ਸੀਗੀ, ਤੁਸੀਂ ਕੁਝ ਇਸ਼ੂਜ਼ ਦੱਸੇ ਜਿਹੜੀ ਤੁਹਾਡੀ ਕਮਿਊਨਿਟੀ ਦੇ ਵਿੱਚ ਲੋਕਾਂ ਵੱਲੋਂ ਚੁੱਕੇ ਜਾ ਰਹੇ ਹਨ, ਔਰ ਪੈਂਡੈਮਿਕ ਦੌਰਾਨ ਵੀ ਕਾਫੀ ਇਸ਼ੂਜ਼ ਐਕਸਪੋਜ਼ ਹੋਏ ਸੀਗੇ, ਜਿਸ ਤਰ੍ਹਾਂ ਹੈਲਥ ਕੇਅਰ ਹੋ ਗਿਆ, ਚਾਈਲਡ ਕੇਅਰ ਹੋ ਗਿਆ, ਹੋਰ ਵੀ ਕਈ ਮੁੱਦੇ ਸੀਗੇ, ਹਾਊਸਿੰਗ ਅਫੋਰਡੇਬਿਲਿਟੀ ਸੀਗੀ। ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ 5 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਜਦੋਂ ਸਰਕਾਰ ਵੱਲੋਂ ਉੱਥੇ ਹੈਲਥ ਕੇਅਰ ਐਮਰਜੈਂਸੀ ਅਨਾਉਂਸ ਕੀਤੀ ਗਈ ਸੀ ਡਰੱਗ ਓਵਰਡੋਜ਼ਸ ਕਰਕੇ। ਸੋ ਕੰਜ਼ਰਵੇਟਿਵਸ ਵੱਲੋਂ ਫਿਲਹਾਲ ਕੋਈ ਖਾਸ ਪਾਲਿਸੀ ਦਾ ਐਲਾਨ ਨਹੀਂ ਕੀਤਾ ਗਿਆ ਡਰੱਗ ਓਵਰਡੋਜ਼ਸ ਵਾਸਤੇ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਏਗਾ ਇਸ ਦੇ ਖਿਲਾਫ? ਇਹ ਜੀ ਬਹੁਤ ਮੈਨੂੰ ਦੱਸਦੇ ਨੂੰ ਅਫਸੋਸ ਹੁੰਦਾ ਵੀ ਹਰ ਰੋਜ਼ 25 ਜਾਨਾਂ ਜਿਹੜੀਆਂ ਓਵਰਡੋਜ਼ ਦੇ ਵਾਸਤੇ ਜਾਂਦੀਆਂ ਨੇ। ਜਿਹੜੀ ਓਵਰਡੋਜ਼ ਆ ਇੱਕ ਬਹੁਤ ਵੱਡੀ ਬਿਮਾਰੀ ਆ, ਔਰ ਇਹਦੇ ਨਾਲ ਨਜਿੱਠਣ ਦੇ ਲਈ ਮੇਰੇ ਹਿਸਾਬ ਨਾਲ ਜਿਹੜੀ ਸਾਡੀ ਸਰਕਾਰ ਆਉਂਦੀ ਆ ਤਾਂ ਉਹਨਾਂ ਨੇ ਫੰਡ ਰੱਖਿਆ ਵੀ 325 ਮਿਲੀਅਨ ਜਾਂ ਇਹਦੇ ਆਲੇ ਦੁਆਲੇ ਅਸੀਂ ਫੰਡ ਰੱਖਾਂਗੇ, ਜਿਹਦੇ ਨਾਲ ਅਸੀਂ ਹੋਰ ਜ਼ਿਆਦਾ ਨਰਸਿੰਗ ਹੋਮ ਬਣਾਵਾਂਗੇ, ਫੈਸਿਲਿਟੀ ਬਣਾਵਾਂਗੇ ਜਿੱਥੇ ਜਾ ਕੇ ਲੋਕ ਡਰੱਗ ਛਕਣਗੇ, ਔਰ ਉਹਨਾਂ ਦੇ ਵਾਸਤੇ ਨਵੇਂ ਬੈੱਡ ਬਣਾਏ ਜਾਣਗੇ। ਔਰ ਇੱਕ ਬਹੁਤ ਵੱਡੀ ਇਹ ਮਤਲਬ ਸਮੱਸਿਆ ਹੈਗੀ ਆ, ਹਰ ਰੋਜ਼ 25 ਜਾਨਾਂ ਜਿਹੜੀਆਂ ਓਵਰਡੋਜ਼ ਨਾਲ ਜਾਂਦੀਆਂ। ਅਗਰ ਸਾਊਥ ਵੈਨਕੂਵਰ ਦੇ ਵੋਟਰ ਚਾਂਸ ਦਿੰਦੇ ਨੇ ਇਸ ਵਾਰ, ਤਾਂ ਮੇਰੀ ਸਭ ਤੋਂ ਪਹਿਲੀ ਜਿਹੜੀ ਇਹੀ ਹੋਊਗੀ ਜਿਹੜੇ ਸਾਡੇ ਨੌਜਵਾਨ ਵੀਰ ਜਾਂ ਹੋਰ ਜਿਹੜੇ ਵੀ ਸਾਡੇ ਜਿਹੜੇ ਓਵਰਡੋਜ਼ ਨਾਲ ਮਰਦੇ ਆ ਉਹਨਾਂ ਵਾਸਤੇ ਅਸੀਂ ਵੱਧ ਤੋਂ ਵੱਧ ਤੇ ਹੋਰ ਬੈੱਡ ਬਣਾ ਸਕੀਏ, ਹਸਪੀਟਲ ਬਣਾ ਸਕੀਏ, ਤਾਂ ਕਿ ਉਹ ਜਿਹੜੇ ਲੋਕ ਆ ਇਸ ਤਰ੍ਹਾਂ ਦੀ ਬਿਮਾਰੀ ਤੋਂ ਬਚ ਸਕਣ, ਉਹਨਾਂ ਦੀਆਂ ਜਾਨਾਂ ਬਚ ਸਕਣ। ਸੋ ਬਹੁਤ ਅਫਸੋਸ ਆ, ਹਰ ਰੋਜ਼ 25 ਜਾਨਾਂ ਓਵਰਡੋਜ਼ ਨਾਲ ਜਾਂਦੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਵੈਨਕੂਵਰ ਸਾਊਥ ਨੂੰ ਕਿੰਨੀ ਸਟਰੋਂਗ ਰਿਪਰੈਜ਼ੈਂਟੇਸ਼ਨ ਦੀ ਲੋੜ ਹੈਗੀ ਹੈ, ਐਂਡ ਤੁਸੀਂ ਇਸ ਰਾਈਡਿੰਗ ਨੂੰ ਆਟਵਾ ਦੇ ਵਿੱਚ ਰਿਪਰੈਜ਼ੈਂਟ ਕਰਨ ਲਈ ਕੀ ਕਰੋਗੇ? ਬਹੁਤ ਵਧੀਆ ਸਵਾਲ ਹੈ ਜੀ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਪਿਛਲੇ 30 ਸਾਲਾਂ ਤੋਂ ਇਸ ਰਾਈਡਿੰਗ ਦੇ ਵਿੱਚ ਰਹਿਣਾ, ਔਰ ਇੱਥੋਂ ਦੀਆਂ ਮੁਸ਼ਕਲਾਂ ਦਾ ਮੈਨੂੰ ਪਤਾ। ਸਾਊਥ ਵੈਨਕੂਵਰ ਦੇ ਵੋਟਰਾਂ ਨੂੰ ਸਾਊਥ ਵੈਨਕੂਵਰ, ਕਿਉਂਕਿ ਇੱਥੇ ਡਿਫਰੈਂਟ ਕਮਿਊਨਿਟੀਜ਼ ਰਹਿੰਦੀਆਂ, ਸਾਡੇ ਵੀ ਲੋਕ ਪੰਜਾਬੀ ਭਾਈਚਾਰਾ ਵੀ ਆ, ਹਿੰਦੁਸਤਾਨ ਜਿਹੜੇ ਆਏ ਹੋਏ ਨੇ, ਭਾਵੇਂ ਉਹਦੇ ਨਾਲ ਚਾਈਨੀਜ਼ ਸਾਡੀ ਕਮਿਊਨਿਟੀ ਆ, ਉਹਦੇ ਨਾਲ ਫਿਲੀਪੀਨਸ ਕਮਿਊਨਿਟੀ ਆ, ਤੇ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਰਹਿੰਦੀਆਂ ਨੇ। ਸੋ ਉਹਨਾਂ ਨੂੰ ਇੱਕ ਇਹੋ ਜਿਹੇ ਮੈਂਬਰ ਪਾਰਲੀਮੈਂਟ ਦੀ ਲੋੜ ਆ ਜਿਹੜਾ ਇੱਥੇ ਰਹਿੰਦਾ ਵੀ ਇਸ ਰਾਈਡਿੰਗ ਦੇ ਵਿੱਚ ਰਹਿੰਦਾ ਹੋਵੇ,
ਇਹ ਨਾ ਮੈਂ ਬਾਹਰ ਕਿਤੇ ਰਹਿੰਦਾ ਹੋਵੇ, ਇਸ ਰਾਈਡਿੰਗ ਦੇ ਵਿੱਚ ਰਹਿੰਦਾ ਹੋਵੇ। ਮੈਂ ਇਸ ਰਾਈਡਿੰਗ ਦੇ ਵਿੱਚ ਰਹਿਣਾ ਪਿਛਲੇ 28 ਸਾਲ ਤੋਂ। ਉਹਨਾਂ ਨੂੰ ਇਹੋ ਜਿਹੇ ਮੈਂਬਰ ਪਾਰਲੀਮੈਂਟ ਦੀ ਲੋੜ ਹੈ ਜਿਹੜਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜ ਸਕਦਾ ਹੋਵੇ, ਉਹਨਾਂ ਨੂੰ ਪੁੱਛਦਾ, ਉਹਨਾਂ ਨੂੰ ਹਰ ਵੇਲੇ ਪੁੱਛੇ ਵੀ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ, ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜ ਕੇ ਉਹਨਾਂ ਦੀ ਆਵਾਜ਼। ਅਗਰ ਮੈਨੂੰ ਸਾਊਥ ਵੈਨਕੂਵਰ ਦੇ ਜਿਹੜੇ ਸਾਡੇ ਵੋਟਰ ਨੇ ਇੱਥੋਂ ਭੇਜਦੇ ਨੇ ਆਟਵਾ ਦੇ ਵਿੱਚ, ਮੈਂ ਉਹਨਾਂ ਲਈ ਸਟਰੋਂਗ ਵੌਇਸ ਬਣੂਗਾ, ਸਟਰੋਂਗ ਆਵਾਜ਼ ਬਣੂਗਾ। ਮੈਨੂੰ ਇੱਥੋਂ ਦੀਆਂ ਮੁਸ਼ਕਲਾਂ ਦਾ ਪਤਾ, ਅਸੀਂ ਉਸ ਨੂੰ ਬੈਠ ਕੇ ਰਲ ਮਿਲ ਕੇ ਹੱਲ ਕਰਾਂਗੇ। ਪਰ ਮੈਂ 24 ਘੰਟੇ ਉਹਨਾਂ ਲਈ ਇੱਥੇ ਹਾਜ਼ਰ ਹਾਂ। ਜੀ ਸੁਖਬੀਰ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਵੈਂਕੂਵਰ ਸਾਊਥ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਖਬੀਰ ਸਿੰਘ ਗਿੱਲ ਜੀ ਦੇ ਨਾਲ। ਸੁਖਬੀਰ ਜੀ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹੈਗੇ ਹਾਂ ਕਿ ਲਾਸਟ ਡੇਜ਼ ਦੇ ਵਿੱਚ ਵੀ ਜਿਹੜੇ ਲੀਡਰਸ ਨੇ ਉਹ ਵੋਟਰਾਂ ਦੇ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਆਪਣੀ ਪਾਰਟੀ ਦਾ ਜਿਹੜਾ ਪਲੇਟਫਾਰਮ ਹੈਗਾ ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਨਾਲ ਹੀ ਪਾਰਟੀ ਲੀਡਰਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੋਟਰਸ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਆਣ, ਉਹਨਾਂ ਨੂੰ ਸਹਿਯੋਗ ਦੇਣ ਤੇ ਉਹਨਾਂ ਦੀ ਪਾਰਟੀ ਨੂੰ ਜਿਤਾਉਣ। ਪਰ ਜੇ ਅਸੀਂ ਚੋਣ ਮੁਹਿੰਮ ਦੀ ਗੱਲ ਕਰੀਏ ਤੇ 36 ਦਿਨਾਂ ਦਾ ਕੈਂਪੇਨ ਸੀਗਾ, ਸਭ ਤੋਂ ਛੋਟਾ ਰਿਹਾ ਕੈਨੇਡਾ ਦੀ ਹਿਸਟਰੀ ਦੇ ਵਿੱਚ। ਔਰ ਇਸ ਕੈਂਪੇਨ ਦੇ ਦਿਨਾਂ ਦੌਰਾਨ ਜਿਹੜੇ ਲਿਬਰਲ ਲੀਡਰ ਨੇ ਜਸਟਿਨ ਟਰੂਡੋ, ਉਹਨਾਂ ਨੇ ਕੋਸਟ ਟੂ ਕੋਸਟ ਟਰੈਵਲ ਕੀਤਾ, ਵੋਟਰਾਂ ਦੇ ਨਾਲ ਉਹਨਾਂ ਨੇ ਇੰਟਰੈਕਸ਼ਨ ਰੱਖੀ ਆਪਣੀ ਪੂਰੀ। ਇਸ ਦੇ ਨਾਲ ਹੀ ਜਿਹੜੇ ਜਗਮੀਤ ਸਿੰਘ ਨੇ NDP ਲੀਡਰ, ਉਹਨਾਂ ਨੇ ਵੀ ਇੱਕ ਬਹੁਤ ਹੀ ਓਫੈਂਸਿਵ ਐਂਡ ਐਗਰੈਸਿਵ ਅਪਰੋਚ ਅਪਣਾਈ ਤੇ ਨਾਲ ਹੀ ਜਿਹੜਾ ਉਹਨਾਂ ਦਾ ਕੈਂਪੇਨ ਸੀਗਾ ਉਹ ਕਾਫੀ ਪੋਜ਼ਿਟਿਵ ਰਿਹਾ। ਪਰ ਜੇ ਅਸੀਂ ਕੰਜ਼ਰਵੇਟਿਵ ਲੀਡਰ ਐਰਨ ਓਟੂਲ ਦੀ ਗੱਲ ਕਰੀਏ, ਉਹਨਾਂ ਨੇ ਕੋਈ ਖਾਸੀ ਇੰਟਰੈਕਸ਼ਨ ਨਹੀਂ ਰੱਖੀ ਵੋਟਰਸ ਦੇ ਨਾਲ, ਕਿਉਂਕਿ ਜਿਹੜੀ ਉਹਨਾਂ ਦੀ ਮੋਸਟਲੀ ਅਨਾਉਂਸਮੈਂਟ ਸੀਗੀਆਂ ਉਹ ਵਰਚੁਅਲੀ ਹੀ ਰਹੀਆਂ। ਨਹੀਂ ਜੀ, ਮੇਰੇ ਹਿਸਾਬ ਦੇ ਨਾਲ ਐਰਨ ਓਟੂਲ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ। ਹਰ ਇੱਕ ਸੂਬੇ ਦੇ ਵਿੱਚ ਉਹ ਗਏ ਨੇ, ਬਲਕਿ ਇੱਥੇ ਮੈਂ BC ਦੀ ਗੱਲ ਕਰਾਂ, ਸਾਡੀ ਆਪਣੀ ਰਾਈਡਿੰਗ ਦੇ ਵਿੱਚੋਂ ਆਏ ਨੇ। ਇੱਥੇ ਆ ਕੇ ਉਹਨਾਂ ਨੇ ਵੋਟਰਾਂ ਨਾਲ ਗੱਲ ਕੀਤੀ ਆ, ਲੱਖ ਜਿਹੜੇ ਸਮਾਲ ਬਿਜ਼ਨਸ ਦੇ ਲੋਕਾਂ ਨਾਲ ਗੱਲ ਕੀਤੀ ਆ। ਸੋ ਮੇਰੇ ਹਿਸਾਬ ਨਾਲ ਬਿਲਕੁਲ ਇਹ ਗੱਲ ਸਹੀ ਨਹੀਂ ਗੀ। ਉਹ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇੱਕ ਪੈਂਡੈਮਿਕ ਦਾ ਸਮਾਂ ਵਾ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ, ਕੋਵਿਡ ਦਾ ਟਾਈਮ ਆ, ਲੋਕ ਬਹੁਤ ਅਹਤਿਆਤ ਵਰਤ ਰਹੇ ਨੇ। ਇੱਕ ਜਿੱਥੇ ਹਲੇ ਸਭ ਨੂੰ ਛੋਟੀ ਜਿਹੀ ਛੂਟ ਮਿਲੀ ਸੀ, ਹਲੇ ਲੋਕਾਂ ਨੇ ਇੱਕ ਦੂਜੇ ਦੇ ਘਰ ਜਾਣਾ ਹੀ ਸ਼ੁਰੂ ਕੀਤਾ ਸੀ। ਔਰ ਟਰੂਡੋ ਸਾਹਿਬ ਨੇ ਪਤਾ ਨਹੀਂ ਕਿਹੜੀ ਗੱਲ ਸੋਚ ਕੇ ਲੋਕਾਂ ਦੇ ਉੱਤੇ ਇਹ ਜਿਹੜੀ ਇਲੈਕਸ਼ਨ ਥੋਪੀ ਗਈ ਆ। ਕੋਈ ਨਹੀਂ ਸੀ ਚਾਹੁੰਦਾ ਵੀ ਇਲੈਕਸ਼ਨ ਹੋਵੇ, ਲੇਕਿਨ ਉਹਨਾਂ ਦੇ ਉੱਤੇ ਥੋਪੀ ਗਿਆ। ਪਰ ਜਿੱਥੇ ਐਰਨ ਓਟੂਲ ਦੀ ਗੱਲ ਤੁਸੀਂ ਕੀਤੀ ਆ, ਬਿਲਕੁਲ ਐਰਨ ਓਟੂਲ ਹਰ ਇੱਕ ਸੂਬੇ ਦੇ ਵਿੱਚ ਜਾ ਕੇ ਹਰ ਇੱਕ ਵੋਟਰ ਦੇ ਨਾਲ ਅਪਰੋਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਰ ਇੱਕ ਦੌਰ ਦੇ ਉਹ ਜਾਂਦੇ ਨੇ, ਜਿੱਥੇ ਉਹਨਾਂ ਨੂੰ ਲੋੜ ਆ ਉੱਥੇ ਉਹ ਪਹੁੰਚਦਾ। ਮੈਨੂੰ ਲੱਗਦਾ ਕੋਈ ਵੀ ਸੂਬਾ ਨਹੀਂ ਛੱਡਿਆ, ਕੋਈ ਵੀ ਪ੍ਰੋਵਿੰਸ ਨਹੀਂ ਛੱਡਿਆ ਜਿੱਥੇ ਉਹ ਨਹੀਂ ਪਹੁੰਚੇ। ਉਹ ਪੂਰੀ ਕੋਸ਼ਿਸ਼ ਜੀ ਤੋੜ ਕਰ ਰਹੇ ਨੇ। ਪਿਛਲੇ 6 ਸਾਲਾਂ ਦੇ ਵਿੱਚ ਲਿਬਰਲ ਗਵਰਨਮੈਂਟ ਦੀਆਂ ਕੀ ਕਮਜ਼ੋਰੀਆਂ ਨੇ, ਕਿਉਂਕਿ ਪਿਛਲੇ 18 ਮਹੀਨੇ ਤੋਂ NDP ਤੇ ਲਿਬਰਲ ਦੋਨੇ ਇਕੱਠੇ ਗਵਰਨਮੈਂਟ ਚਲਾ ਰਹੇ ਨੇ। ਔਰ ਲੋਕਾਂ ਨੂੰ ਪਤਾ, ਅੱਜ ਤੁਸੀਂ ਦੇਖੋ ਸਾਡੇ ਫਿਊਲ ਦਾ ਪ੍ਰਾਈਸ ਕਿੱਥੇ ਚਲਿਆ ਗਿਆ, ਸਾਡੀ ਗਰੋਸਰੀ ਦੇ ਬਿੱਲ ਵੱਧ ਗਏ, ਕਿੰਨੀ ਮਹਿੰਗਾਈ ਹੋ ਚੁੱਕੀ ਹੈ ਤੇ ਹੋਰ ਮਹਿੰਗਾਈ ਹੋਣੀ ਹਾਲੇ, ਕਿਉਂਕਿ ਇਹਨਾਂ ਕੋਲੇ ਰਿਕਵਰੀ ਕਰਨ ਦੇ ਵਾਸਤੇ ਕੋਈ ਪਲਾਨ ਹੀ ਨਹੀਂ ਹੈ। ਕਿਸ ਤਰ੍ਹਾਂ ਇਹਨਾਂ ਨੇ ਰਿਕਵਰੀ ਕਰਨੀ ਹੈ? ਜਿਹੜੇ ਪੈਂਡੈਮਿਕ ਤੋਂ ਬਾਅਦ ਅਸੀਂ ਜਦੋਂ ਆਪਣੇ ਮੁਲਕ ਨੂੰ ਟਰੈਕ ਤੇ ਲੈ ਕੇ ਆਉਣਾ, ਕਿਸ ਤਰ੍ਹਾਂ ਲੈ ਕੇ ਆਉਣਾ? ਟਰੂਡੋ ਸਾਹਿਬ ਕੋਲੇ ਜਾਂ NDP ਜਗਮੀਤ ਸਿੰਘ ਉਹਨਾਂ ਕੋਲੇ ਕੋਈ ਹੈ? ਉਹਨਾਂ ਨੇ ਕੋਈ ਦੱਸਿਆ? ਤੁਸੀਂ ਦੇਖੋ ਸਾਡੀ ਜਿਹੜੀ ਪਾਰਟੀ ਆ, ਲੋਕਾਂ ਨੂੰ ਅਸੀਂ ਦੱਸਿਆ ਵੀ ਅਸੀਂ ਅਗਰ ਸਾਨੂੰ ਤੁਸੀਂ ਚਾਂਸ ਦਿੰਦੇ ਹੋ, ਅਸੀਂ ਕੈਨੇਡਾ ਦੀ ਇਕਨੋਮੀ ਨੂੰ ਕਿਵੇਂ ਸਟਰੋਂਗ ਕਰਨਾ, ਜਿਹੜੀਆਂ 1 ਮਿਲੀਅਨ ਜੌਬਸ ਅਸੀਂ ਪੈਂਡੈਮਿਕ ਦੇ ਵਿੱਚ ਖਤਮ ਹੋ ਗਈਆਂ, ਉਹਨਾਂ ਨੂੰ ਕਿਵੇਂ ਲੈ ਕੇ ਆਉਣਾ, ਅਸੀਂ ਸਮਾਲ ਬਿਜ਼ਨਸ ਨੂੰ ਕਿਵੇਂ ਬਚਾਉਣਾ, ਅਸੀਂ ਮੈਂਟਲ ਹੈਲਥ ਨੂੰ ਕਿਵੇਂ ਬਚਾਉਣੀ ਆ, ਅਸੀਂ ਆਉਣ ਵਾਲਾ ਫਿਊਚਰ ਕਿਸ ਤਰ੍ਹਾਂ ਬਚਾਉਣਾ। ਮੈਨੂੰ ਦੱਸੋ ਕੋਈ ਟਰੂਡੋ ਸਾਹਿਬ ਦਾ ਤੇ ਜਾਂ ਆਪਣੇ NDP ਦਾ ਕੋਈ ਏਦਾਂ ਦਾ ਪਲੇਟਫਾਰਮ ਹੈ ਜਿਨ੍ਹਾਂ ਨੂੰ ਲੋਕਾਂ ਨੂੰ ਦੱਸਿਆ? ਹਰ ਰੋਜ਼ ਕਿਸ ਤਰ੍ਹਾਂ $424 ਮਿਲੀਅਨ ਲੈ ਕੇ ਗਵਰਨਮੈਂਟ ਚੱਲ ਰਹੀ ਆ, ਇੰਨਾ ਡੈਟ ਸਾਡੇ ਸਿਰ ਹੋ ਗਿਆ। ਪਿਛਲੇ 6 ਸਾਲਾਂ 'ਚ ਟਰੂਡੋ ਸਾਹਿਬ ਦੀ ਕਿਹੜੀ ਐਡੀ ਉਹਨਾਂ ਨੇ ਕਿਹੜਾ ਕੀਤਾ ਕੰਮ ਕੀਤਾ ਜਿਹਦੇ ਲਈ ਉਹ ਲੋਕਾਂ ਨੂੰ ਜਾ ਕੇ ਦੱਸਣਗੇ ਮੈਂ 6 ਸਾਲ ਚਾਹ ਕੀਤਾ, ਆਉਣ ਵਾਲੇ ਮੈਂ ਸਮੇਂ ਚਾਹ ਕਰੂੰਗਾ। ਬਲਕਿ ਇਸ ਦੇ ਸਾਡੀ ਇਕਨੋਮੀ ਜਿਹੜੀ ਆ ਉਹ ਥੱਲੇ ਨੂੰ ਗਈ ਹੈ। 4.1 ਤੇ ਸਾਡਾ ਇਨਫਲੇਸ਼ਨ ਪਹੁੰਚ ਗਿਆ ਤੇ ਮਹਿੰਗਾਈ ਕਿੱਥੇ ਜਾ ਰਹੀ ਹੈ। ਸੋ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਟੂਲ ਆਪਣਾ ਪੂਰਾ ਲੋਕਾਂ ਨੂੰ ਮੈਸੇਜ ਦੇਣ ਦੇ ਵਿੱਚ ਸਫਲ ਰਹੇ ਨੇ। ਔਰ ਸਾਡੇ ਕੈਨੇਡਾ ਦੇ ਲੋਕ ਬਹੁਤ ਸਿਆਣੇ ਨੇ। ਮੈਨੂੰ ਉਮੀਦ ਆ ਵੀ ਇਸ ਵਾਰ ਕੰਜ਼ਰਵੇਟਿਵ ਨੂੰ ਜਿਹੜਾ ਮੌਕਾ ਦੇਣ।
ਜੀ ਸੁਖਬੀਰ ਜੀ, ਲੇਕਿਨ ਵਿਰੋਧੀ ਪਾਰਟੀ ਦੇ ਆਗੂਆਂ ਵੱਲੋਂ, ਵਿਰੋਧੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਡੈਫੀਨਿਟਲੀ ਇਹ ਸਵਾਲ ਚੁੱਕਿਆ ਗਿਆ ਹੈ ਕਿ ਪੈਂਡੈਮਿਕ ਇਲੈਕਸ਼ਨ ਨਹੀਂ ਕਰਾਣੇ ਚਾਹੀਦੇ ਸੀਗੇ। ਲੇਕਿਨ ਅਸੀਂ ਜੇ ਸਾਲ 2020 ਦੀ ਗੱਲ ਕਰੀਏ ਤੇ ਇਟ ਵਾਸ ਦੀ ਈਅਰ ਆਫ ਅਨਐਕਸਪੈਕਟਡ ਇਲੈਕਸ਼ਨਸ। ਜੇ ਅਸੀਂ ਕੁਝ ਪ੍ਰੋਵਿੰਸਸ ਦੀ ਗੱਲ ਕਰੀਏ ਤੇ ਸਸਕੈਚੁਅਨ ਦੇ ਵਿੱਚ ਇਲੈਕਸ਼ਨ ਹੋਏ, ਇਸੇ ਤਰ੍ਹਾਂ BC ਦੇ ਵਿੱਚ ਵੀ ਇਲੈਕਸ਼ਨ ਹੋਏ ਔਰ ਉਦੋਂ ਉਹੀ ਸਰਕਾਰਾਂ ਆਈਆਂ ਜਿਹੜੀਆਂ ਉਸ ਟਾਈਮ ਪ੍ਰੋਵਿੰਸ ਨੂੰ ਚਲਾ ਰਹੀਆਂ ਸੀਗੀਆਂ। ਸੋ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਕੰਜ਼ਰਵੇਟਿਵਸ ਨੂੰ ਇੱਕ ਡਰ ਵੀ ਹੈਗਾ ਕਿ ਜੇਕਰ ਪੈਂਡੈਮਿਕ ਇਲੈਕਸ਼ਨ ਹੋ ਰਹੇ ਨੇ ਤੇ ਲਿਬਰਲਸ ਦਾ ਪੈਂਡੈਮਿਕ ਰਿਸਪੌਂਸ ਦੇਖਦੇ ਹੋਇਆ ਕਿ ਪਤਾ ਉਹਨਾਂ ਦੀ ਮੈਜੋਰਿਟੀ ਸਰਕਾਰ ਆ ਸਕਦੀ ਹੈ। ਮੇਰੇ ਹਿਸਾਬ ਦੇ ਨਾਲ ਤਾਂ ਇਹ ਲੋਕ ਸਾਡੇ ਕੈਨੇਡੀਅਨ ਨੂੰ ਸੋਚਣਾ ਚਾਹੀਦਾ ਵੀ ਜੇ ਇਹੀ ਉਹਨਾਂ ਨੇ ਸੋਚਿਆ ਜੀ BC ਦੇ ਵਿੱਚ ਦੁਬਾਰਾ ਗਵਰਨਮੈਂਟ ਆ ਗਈ ਜਾਂ ਫਲਾਣੇ ਥਾਂ ਤੇ ਗਵਰਨਮੈਂਟ ਆ ਗਈ ਤੇ ਅਸੀਂ ਵੀ ਹੁਣ ਚਾਂਸ ਲੈ ਲਈਏ, ਨੋ, ਇਦਾਂ ਨਹੀਂ ਸੀ ਚਾਹੀਦਾ। ਲੋਕਾਂ ਨੂੰ ਟਾਈਮ ਦੇਣਾ ਚਾਹੀਦਾ ਸੀ। ਹਲੇ ਇੱਕ ਦੂਜੇ ਦੇ ਘਰੇ ਆਉਣਾ ਲੋਕਾਂ ਨੇ ਮਾੜਾ ਮਾੜਾ ਸ਼ੁਰੂ ਕੀਤਾ ਸੀ ਤੇ ਅਸੀਂ ਚੱਕ ਕੇ ਫਿਰ ਇਲੈਕਸ਼ਨ ਤੋਂ ਸ਼ੁਰੂ ਕਰਤੀ। ਕਿਸ ਤਰ੍ਹਾਂ ਟਰੂਡੋ ਸਾਹਿਬ ਨੇ ਪਿੱਛੇ ਆਪ ਹੀ ਜਿਹੜਾ ਪੈਂਡੈਮਿਕ ਦਾ ਜਿਹੜੇ ਰੂਲ ਰੈਗੂਲੇਸ਼ਨ ਤੋੜਿਆ ਟੋਰਾਂਟੋ ਦੇ ਵਿੱਚ 400-500 ਬੰਦੇ ਦਾ ਇਕੱਠ ਕਰਕੇ। ਸੋ ਅਸੀਂ ਕਿੱਥੇ ਖੜੇ ਆ? ਮੈਨੂੰ ਲੱਗਦਾ ਵੀ ਲੋਕ ਬਹੁਤ ਸਿਆਣੇ ਆ, ਉਹ ਹਰ ਇੱਕ ਚੀਜ਼ ਨੂੰ ਦੇਖ ਰਹੇ ਨੇ, ਵਾਚ ਕਰ ਰਹੇ ਨੇ। ਸੋ ਇਸ ਵਾਰ ਉਹ ਜ਼ਰੂਰ ਲਿਬਰਲ ਨੂੰ, ਟਰੂਡੋ ਸਾਹਿਬ ਨੂੰ ਤੇ NDP ਨੂੰ ਦੱਸਣਗੇ ਵੀ ਨਹੀਂ, ਇਸ ਤਰ੍ਹਾਂ ਨਹੀਂ, ਸਰਕਾਰਾਂ ਇਸ ਤਰ੍ਹਾਂ ਚਲਾਈਆਂ ਜਾਂਦੀਆਂ ਨੇ। ਜੀ, ਪਰ ਸੁਖਬੀਰ ਜੀ, ਜੇ ਅਸੀਂ ਕੰਜ਼ਰਵੇਟਿਵ ਪਾਰਟੀ ਦੇ ਇੰਡੀਜੀਨਸ ਰਿਲੇਸ਼ਨਸ ਦੀ ਗੱਲ ਕਰੀਏ ਤੇ ਕੁਝ ਖਾਸ ਨਹੀਂ ਰਹੇ ਪਿਛਲੇ ਕੁਝ ਸਾਲਾਂ ਦੌਰਾਨ, ਔਰ ਖਾਸ ਕਰਕੇ ਜੇ ਅਸੀਂ 2019 ਦੇ ਵਿੱਚ ਜਦੋਂ ਐਂਡਰਿਊ ਸ਼ੀਅਰ ਜਦੋਂ ਪਾਰਟੀ ਲੀਡਰ ਸੀਗੇ, ਉਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਇੱਕ ਵਾਰੀ ਵੀ ਜਾ ਕੇ ਇੰਡੀਜੀਨਸ ਲੀਡਰਸ ਦੇ ਨਾਲ ਮੁਲਾਕਾਤ ਵੀ ਨਹੀਂ ਕੀਤੀ ਸੀ। ਸੋ ਕਿਸ ਤਰ੍ਹਾਂ ਹੁਣ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ ਮੂਲਵਾਸੀ ਲੋਕਾਂ ਦੇ ਨਾਲ ਆਪਣੇ ਰਿਲੇਸ਼ਨਸ ਠੀਕ ਕਰੇਗੀ? ਦੇਖੋ ਜੀ, ਅਗਰ ਤੁਸੀਂ ਐਗਰੋ ਟੂਲ ਦਾ ਸਾਡੀ ਪਾਰਟੀ ਦਾ ਪਲੇਟਫਾਰਮ ਦੇਖੋ, ਅਸੀਂ ਇੰਡੀਜੀਨਸ ਜਿਹੜੇ ਲੋਕ ਨੇ ਉਹਨਾਂ ਦੇ ਲਈ, ਕਿਉਂਕਿ ਇਹੋ ਜਿਹੇ ਵੀ ਉਹਨਾਂ ਦੀਆਂ ਜਗ੍ਹਾ ਨੇ ਜਿੱਥੇ ਹਾਲੇ ਤੱਕ ਉਹਨਾਂ ਨੂੰ ਪੀਣ ਲਈ ਪਾਣੀ ਨਹੀਂ ਹੈ ਸਾਫ਼, ਔਰ ਉਹਨਾਂ ਦੇ ਵਿੱਚ ਉੱਥੇ ਉਹਨਾਂ ਦੇ ਲਈ ਜ਼ਿਆਦਾ ਜਿਹੜੇ ਏਰੀਏ ਨੇ ਉੱਥੇ ਸਭ ਨੂੰ ਪਹਿਲਾਂ ਸਾਫ਼ ਪਾਣੀ ਚਾਹੀਦਾ, ਉਹਨਾਂ ਦੇ ਰਹਿਣ ਲਈ ਮਕਾਨ ਚਾਹੀਦੇ, ਉਹਨਾਂ ਦੇ ਉਹਦੇ ਲਈ ਸਕੂਲ ਜਿਹੜਾ ਪਿੱਛੇ ਸਮੇਂ ਦੇ ਵਿੱਚ ਜਿਹੜਾ ਇੱਕ ਹੈਪਨ ਹੋਇਆ ਸੀ ਬਹੁਤ ਸਾਲ ਪਹਿਲਾਂ ਕੈਨੇਡਾ ਦੇ ਵਿੱਚ, ਮੈਂ ਤਾਂ ਉਸ ਤੇ ਵੀ ਅਫਸੋਸ ਆ ਵੀ ਉਹ ਇੱਕ ਬਹੁਤ ਮਾੜੀ ਘਟਨਾ ਸੀ। ਸ਼ਾਇਦ ਇਹੋ ਜਿਹਾ ਸਮਾਂ ਵਾਹਿਗੁਰੂ ਕਿਤੇ ਫੇਰ ਨਾ ਲੈ ਕੇ ਆਵੇ। ਅਗਰ ਜਿਹੜੀ ਲੋਕ ਕੈਨੇਡਾ ਦੇ ਵੋਟਰ ਸਾਨੂੰ ਦਿੰਦੇ ਆ ਤਾਂ ਐਗਰੋ ਟੂਲ ਔਰ ਕੰਜ਼ਰਵੇਟਿਵ ਦਾ ਬਹੁਤ ਵਧੀਆ ਪਲੇਟਫਾਰਮ ਹੈ ਇਹਨਾਂ ਲੋਕਾਂ ਦੇ ਲਈ, ਜਿੱਥੇ ਸਾਫ਼ ਪਾਣੀ ਮੁਹੱਈਆ ਕਰਨਾ, ਉਹਦੇ ਨਾਲ ਨਾਲ ਉੱਥੇ ਰਹਿਣ ਲਈ ਮਕਾਨ, ਉਹਨਾਂ ਦੀ ਜ਼ਿੰਦਗੀ ਨੂੰ ਤਬਦੀਲ ਕਰਨ ਲਈ ਕਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ, ਔਰ ਇੱਕ ਮੇਰੇ ਹਿਸਾਬ ਨਾਲ ਮੈਨੂੰ ਫਿਗਰ ਨਹੀਂ ਪਤਾ, ਉੱਥੇ ਅਸੀਂ ਇੱਕ ਜਿਹੜਾ ਬਜਟ ਵੀ ਰੱਖਿਆ ਉਹਨਾਂ ਲੋਕਾਂ ਦੇ ਵਾਸਤੇ। ਜੀ ਸੁਖਬੀਰ ਜੀ, ਇਸ ਤੋਂ ਇਲਾਵਾ ਇੱਕ ਹੋਰ ਅਹਿਮ ਮੁੱਦਾ ਜਿਹੜਾ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ, ਦੈਟਸ ਹੈਲਥ ਕੇਅਰ। ਆਪਣੇ ਇਲੈਕਸ਼ਨ ਕੈਂਪੇਨ ਦੌਰਾਨ ਐਰੀਨੋ ਟੂਲ ਨੇ ਕਿਹਾ ਕਿ ਉਹ ਇਨੋਵੇਸ਼ਨ ਕਰਨਾ ਚਾਹੁੰਦੇ ਨੇ ਹੈਲਥ ਕੇਅਰ ਦੇ ਵਿੱਚ ਐਂਡ ਉਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਕਰਨਾ ਚਾਹੁੰਦੇ ਨੇ, ਬਟ ਹੀ ਡਿਡ ਨਾਟ ਕਲੀਅਰ ਕਿ ਵਾਟ ਮੈਡੀਕਲ ਕੇਅਰ ਵਿਲ ਬੀ ਪ੍ਰਾਈਵੇਟ। ਮੈਨੂੰ ਲੱਗਦਾ ਕਈ ਵਾਰ ਉਹਨੂੰ ਸੁਣਨ ਦੇ ਵਿੱਚ ਸਾਨੂੰ ਲੱਗ ਜਾਂਦਾ ਵੀ ਪ੍ਰਾਈਵੇਟ ਕਰਨਾ ਚਾਹੁੰਦੇ, ਇੱਦਾਂ ਦੀ ਕੋਈ ਗੱਲ ਨਹੀਂ। ਜੇਕਰ ਸਾਡਾ ਮੈਡੀਕਲ ਜਿਹੜਾ ਸਿਸਟਮ ਆ ਬਹੁਤ ਵਧੀਆ ਚੱਲ ਰਿਹਾ, ਐਗਰੋ ਟੂਲ ਔਰ ਕੰਜ਼ਰਵੇਟਿਵ ਦਾ ਇਹ ਸੁਪਨਾ ਵੀ ਆ, ਔਰ ਇਹ ਉਹਨਾਂ ਨੇ ਆਪਣੇ ਵਿੱਚ ਦੱਸਿਆ ਵੀ ਆ ਵੀ ਅਸੀਂ ਕਿਸ ਤਰ੍ਹਾਂ ਜਿਹੜੇ ਪ੍ਰੋਵਿੰਸ ਆ ਉਹਨਾਂ ਨੂੰ ਹੋਰ ਪੈਸੇ ਦੇਣ ਤਾਂ ਕਿ ਜਿਹੜਾ ਮੈਡੀਕਲ ਦਾ ਸਾਡਾ ਸਿਸਟਮ ਜਿਹੜਾ ਵਧੀਆ ਚੱਲਦਾ ਉਹਨੂੰ ਹੋਰ ਵਧੀਆ ਬਣਾਇਆ ਜਾ ਸਕੇ। ਜੀ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਹ ਪ੍ਰਾਈਵੇਟ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜਾ ਲੌਂਗ ਵੇਟ ਟਾਈਮ ਹੈਗਾ ਹੈ ਉਹ ਖਤਮ ਹੋਏ। ਮੈਨੂੰ ਲੱਗਦਾ ਨਹੀਂ ਵੀ ਕੋਈ ਏਦਾਂ ਦਾ ਪ੍ਰਾਈਵੇਟ ਦਾ ਉਹਨਾਂ ਦਾ ਕੋਈ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਭਾਰ ਪਾਇਆ ਜਾਵੇ। ਪਰ ਹੁਣ ਵੀ ਅੱਜ ਕੱਲ੍ਹ ਮੈਂ ਦੇਖਿਆ ਕਈ ਵਾਰ ਲੋਕ ਜਾ ਕੇ ਆਪਦਾ ਕਿਸੇ ਹੋਰ ਮੁਲਕਾਂ ਤੋਂ ਜਾ ਕੇ ਆਪਦਾ ਇਲਾਜ ਕਰਾ ਲੈਂਦੇ ਨੇ, ਜਿੱਥੇ ਕਈ ਵਾਰ ਜ਼ਿਆਦਾ ਉਹ ਤੰਗ ਹੁੰਦੇ ਨੇ। ਪਰ ਏਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਸਾਡਾ ਮੈਡੀਕਲ ਸਿਸਟਮ ਆ ਜਿਹੜਾ ਉਹ ਬੜਾ ਪਰਫੈਕਟ ਆ। ਉਹਨੂੰ ਹੋਰ ਵਧੀਆ ਬਣਾਉਣ ਦੇ ਲਈ ਉਹਨਾਂ ਨੇ ਦੱਸਿਆ ਵੀ ਅਸੀਂ ਪ੍ਰੀਵੈਂਸ਼ਨ ਦੀ ਕਿਸ ਤਰ੍ਹਾਂ ਮਦਦ ਕਰਨੀ ਆ, ਹੋਰ ਹਸਪੀਟਲ ਬਣਾਉਣੇ ਨੇ, ਹੋਰ ਬੈੱਡ ਬਣਾਉਣੇ ਨੇ, ਹੋਰ ਅਸੀਂ ਜਿਹੜੇ ਨਰਸਾਂ ਤੇ ਡਾਕਟਰ ਲਿਆਉਣੇ ਨੇ ਜਿਹਨੂੰ ਤਾਂ ਕਿ, ਕਿਉਂਕਿ ਅੰਡਰ ਪ੍ਰੀਵੈਂਸ਼ਨ ਆ, ਪ੍ਰੀਵੈਂਸ਼ਨ ਤੇ ਫੈਡਰਲ ਗਵਰਨਮੈਂਟ ਦੇ ਵੱਲੋਂ ਜੇ ਅਗਰ ਕੰਜ਼ਰਵੇਟਿਵ ਦੀ ਆਉਂਦੀ ਆ, ਪ੍ਰੀਵੈਂਸ਼ਨ ਗਵਰਨਮੈਂਟ ਦੀ ਹੋਰ ਮਦਦ ਕਰਕੇ ਇਹ ਜਿਹੜਾ ਮੈਡੀਕਲ ਜਿਹੜਾ ਸਿਸਟਮ ਆ ਉਹਨੂੰ ਵਧੀਆ ਬਣਾਇਆ ਜਾਵੇ। ਮੈਂ ਤਾਂ ਕਹੂੰਗਾ ਜੇ ਕੰਜ਼ਰਵੇਟਿਵ ਦੀ ਗਵਰਨਮੈਂਟ ਆਉਂਦੀ ਆ, ਅਗਰ ਮੈਨੂੰ ਵੀ ਲੋਕ ਇੱਥੋਂ ਮੌਕਾ ਦਿੰਦੇ ਨੇ, ਅਸੀਂ ਹੋਰ ਵੀ ਕਹਾਂਗੇ ਕਿ ਜਿਹੜੀ ਮੈਨੂੰ ਪਤਾ ਵੀ ਕਿਸ ਤਰ੍ਹਾਂ ਸਾਨੂੰ ਲੰਬੀਆਂ ਵੇਟ ਕਰਨੀ ਪੈਂਦੀ ਆ ਕੋਈ ਆਪਣੀ ਸਰਜਰੀ ਕਰਾਉਣ ਦੇ ਵਾਸਤੇ, ਡਾਕਟਰਾਂ ਨੂੰ ਦੇਖਣ ਦੇ ਵਾਸਤੇ, ਸਪੈਸ਼ਲਿਸਟ ਨੂੰ ਦੇਖਣ ਦੇ ਵਾਸਤੇ, ਤਾਂ ਕਿ ਮੈਂ ਵੀ ਆਪਣੇ ਤੌਰ ਤੇ ਕਹੂੰਗਾ ਸਾਨੂੰ ਹੋਰ ਡਾਕਟਰ, ਹੋਰ ਨਰਸਾਂ, ਹੋਰ ਹਸਪੀਟਲ ਚਾਹੀਦੇ ਆ ਤਾਂ ਕਿ ਸਾਨੂੰ ਜ਼ਿਆਦਾ ਜਿਹੜੀ ਲੰਬੀ ਉਹ ਦੇਰ ਤੱਕ ਇੰਤਜ਼ਾਰ ਨਾ ਕਰਨਾ।
ਜੀ ਸੁਖਬੀਰ ਜੀ, ਅਸੀਂ ਇਹ ਵੀ ਦੇਖਿਆ ਕਿ ਕਿਸੇ ਵੀ ਫੈਡਰਲ ਗਵਰਨਮੈਂਟ ਦੇ ਲਈ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਜਿਹੜੇ ਰਿਲੇਸ਼ਨਸ ਹੈਗੇ ਨੇ ਉਹ ਬਹੁਤ ਜ਼ਰੂਰੀ ਹੈਗੇ ਨੇ। ਮੋਸਟਲੀ ਅਸੀਂ ਦੇਖਿਆ ਹੈ ਕਿ ਕੈਂਪੇਨ ਦੇ ਦਿਨਾਂ ਦੌਰਾਨ ਕਿਊਬੈਕ ਦੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਨੇ ਐਰੀਨ ਓਟੂਲ ਨੂੰ ਇੰਡੋਰਸ ਕੀਤਾ। ਇਸ ਦੇ ਨਾਲ ਹੀ ਜਿਹੜੇ ਐਲਬਰਟਾ ਦੇ ਪ੍ਰੀਮੀਅਰ ਨੇ ਉਹਨਾਂ ਨੇ ਵੀ ਐਰੀਨ ਓਟੂਲ ਨੂੰ ਕਾਫੀ ਇੰਡੋਰਸ ਕੀਤਾ ਹੈਗਾ ਚੋਣ ਮੁਹਿੰਮ ਦੌਰਾਨ। ਲੇਕਿਨ ਜਿਹੜੇ ਓਨਟਾਰੀਓ ਦੇ ਪ੍ਰੀਮੀਅਰ ਨੇ ਡਗ ਫੋਰਡ, ਉਹ ਉਹਨਾਂ ਦੇ ਹੱਕ ਦੇ ਵਿੱਚ ਕੁਝ ਬੋਲਦੇ ਨਜ਼ਰ ਨਹੀਂ ਆਏ, ਉਹਨਾਂ ਨੂੰ ਇੰਡੋਰਸ ਕਰਦੇ ਨਜ਼ਰ ਨਹੀਂ ਆਏ। ਮੈਂ ਪਿਛਲੇ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਐਰਨ ਟੂਲ ਨੇ ਕਿਹਾ ਵੀ ਅਗਰ ਉਹ ਪ੍ਰਾਈਮ ਮਿਨਿਸਟਰ ਬਣਦੇ ਨੇ, ਜਿਹੜਾ ਉਹਨਾਂ ਨੇ ਬਣੀ ਜਾਣਾ ਕੈਨੇਡਾ ਦੇ, ਤਾਂ ਉਹਨਾਂ ਨੇ ਦੱਸਿਆ ਵੀ ਮੈਂ ਕਿਸ ਤਰ੍ਹਾਂ ਜਿੰਨੇ ਵੀ ਪ੍ਰੀਮੀਅਰ ਆ ਉਹਨਾਂ ਦੇ ਨਾਲ ਕਿਹੋ ਜਿਹੇ ਸਖਾਵੇਂ ਔਰ ਵਧੀਆ ਸੰਬੰਧ ਰੱਖੂੰਗਾ ਔਰ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲੂੰਗਾ। ਔਰ ਟਰਾਈ ਵੀ ਕਰ ਰਿਹਾ। ਦੇਖੋ ਬਹੁਤੇ ਪ੍ਰੀਮੀਅਰ ਨੇ ਇਹਨਾਂ ਦੇ ਨਾਲ ਲੱਗ ਵੀ ਗਏ ਨੇ। ਅਗਰ ਅੰਟੈਰੀਓ ਜਾਂ ਹੋਰ ਪ੍ਰੀਮੀਅਰ ਹੋਰ ਛੇਤੀ ਆ ਜਾਣਗੇ, ਨਹੀਂ ਆ ਜਾਣਗੇ ਤਾਂ ਉਹ ਟਰਾਈ ਕਰ ਰਹੇ ਨੇ। ਔਰ ਮੈਨੂੰ ਲੱਗਦਾ ਅਗਰ ਉਹ ਪ੍ਰਾਈਮ ਮਿਨਿਸਟਰ ਬਣਦੇ ਆ ਕੈਨੇਡਾ ਦੇ ਤਾਂ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਉਹਨਾਂ ਕੋਲੇ ਇਹ ਕਪੈਸਿਟੀ ਵੀ ਆ, ਇਹ ਗੁਣ ਵੀ ਆ ਐਰਨ ਟੂਲ ਕੋਲੇ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਨੇ। ਜੀ ਆਖਰੀ ਸਵਾਲ, ਜੇਕਰ ਕੰਜ਼ਰਵੇਟਿਵਸ ਦੀ ਮਾਈਨੋਰਿਟੀ ਗਵਰਨਮੈਂਟ ਫਾਰਮ ਹੁੰਦੀ ਹੈ ਤੇ ਅਗਲਾ ਕਦਮ ਕੀ ਹੋਏਗਾ? ਦੇਖੋ ਜੀ, ਮੈਨੂੰ ਤਾਂ ਲੱਗਦਾ ਵੀ ਸਾਡੀ ਗਵਰਨਮੈਂਟ ਮੈਜੋਰਿਟੀ 'ਚ ਬਣੂਗੀ, ਪਰ ਅਗਰ ਤੁਹਾਡੇ ਕਹਿਣ ਦਾ ਮਿਨੋਰਿਟੀ ਬਣਦੀ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਲਿਬਰਲ ਗਵਰਨਮੈਂਟ ਦਾ ਪਿਛਲੇ 6 ਸਾਲਾਂ ਦਾ ਆਟੋਮਾ ਦੇ ਵਿੱਚ ਮੈਸ ਪਾਈ ਆ ਉਹਨੂੰ ਕਲੀਨ ਕਰਨਾ ਜੀ, ਔਰ ਲੋਕਾਂ ਨੂੰ ਵਧੀਆ ਸਹੂਲਤਾਂ, ਮੈਂਟਲ ਹੈਲਥ ਔਰ ਸਾਡੀ ਇਕਨੋਮੀ ਨੂੰ ਸਟਰੋਂਗ ਕਰਨਾ। ਜਿਹੜੀਆਂ ਸਾਡੀਆਂ ਜੌਬਾਂ ਪੈਂਡੈਮਿਕ ਦੇ ਵਿੱਚ ਚਲੀਆਂ ਗਈਆਂ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਬਿਜ਼ਨਸਮੈਨ ਨੂੰ ਹੋਰ ਸਟਰੋਂਗ ਕਰਨਾ, ਸਮਾਲ ਬਿਜ਼ਨਸ ਨੂੰ ਸਟਰੋਂਗ ਕਰਨਾ ਤਾਂ ਕਿ ਹੋਰ ਜਿਹੜੀਆਂ ਇੱਥੇ ਜੌਬਾਂ ਕ੍ਰੀਏਟ ਹੋਣ, ਸਾਡੇ ਲੋਕ, ਸਾਡੀ ਇਕਨੋਮੀ, ਸਾਡਾ ਮੁਲਕ ਸਟਰੋਂਗ ਹੋਵੇ, ਸੇਫ ਹੋਵੇ, ਖੁਸ਼ੀ ਨਾਲ ਲੋਕ ਰਹਿ ਸਕਣ। ਕੈਨੇਡਾ ਜਿਹੜਾ ਨੰਬਰ 1 ਆ, ਇੰਨਾ ਸੋਹਣਾ ਮੁਲਕ ਆ, ਉਹ ਦੁਬਾਰਾ ਫਿਰ ਬੁਲੰਦੀਆਂ ਤੇ ਜਾਵੇ। ਜੀ ਬਹੁਤ-ਬਹੁਤ ਧੰਨਵਾਦ ਸੁਖਬੀਰ ਜੀ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਆਪਣੀ ਪ੍ਰਾਇਓਰਿਟੀਜ਼, ਆਪਣੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਐਂਡ ਵੀ ਵਿਸ਼ ਯੂ ਗੁੱਡ ਲੱਕ। ਬਹੁਤ-ਬਹੁਤ ਧੰਨਵਾਦ ਜੀ, ਇੱਕ ਵਾਰ ਫਿਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸੀ ਸਾਡੀ ਖਾਸ ਗੱਲਬਾਤ ਵੈਂਕੂਵਰ ਸਾਊਥ ਦੀ ਰਾਈਡਿੰਗ ਤੋਂ ਕੰਜ਼ਰਵੇਟਿਵ ਉਮੀਦਵਾਰ ਸੁਖਬੀਰ ਸਿੰਘ ਗਿੱਲ ਜੀ ਦੇ ਨਾਲ। ਜਾਂਦੇ ਦਰਸ਼ਕਾਂ ਨੂੰ ਦੱਸ ਦਈਏ ਕਿ ਫੈਡਰਲ ਚੋਣਾਂ ਲਈ ਵੋਟਾਂ ਸੋਮਵਾਰ ਯਾਨੀ ਕਿ 20 ਸਤੰਬਰ ਨੂੰ ਪੈਣਗੀਆਂ ਅਤੇ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਏਗੀ। ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਕੈਨੇਡਾ ਦੇ ਭਵਿੱਖ ਲਈ ਇੱਕ ਸਹੀ ਲੀਡਰ ਦੀ ਚੋਣ ਕਰਨ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।